किसानी अंदोलन लगातार तेज़ होंदा जा रहा। तो जेकर असीं मीटिंगां दौर की गल कर लईए तो मीटिंगां दा दौर भी दोबारा शुरू हो चुकिया है। चिट्ठियां तो बाद मीटिंगां दा दौर शुरू होंदा है। पिछली मीटिंग दे विच जेकर गल कीती जावे तो किसानां दीयां जो मंगां सी उहदे सरकार किते ना किते गौर करदी नज़र आई। तो मंगां दो गल्लां जे कह दी असीं मंजूरी भी मिल गई, सरकार मंनदी नज़र आई। लेकिन वड्डी गल यह है कि 4 तरीक नूं दोबारा बैठक बुलाई सी। इस बैठक दे विच होवेगा कि पिछली वारी जो प्रदूषण वाला कानून सी जां पराली नूं लैके किसान उस तों बाहर रखे जाणगे, इहदे सहमति हो चुकी है। तो बिजली सोध बिल की जो गल करते हैं तो सरकार नहीं लियावेगी, सरकार का कहना सी। पर वड्डी गल यह है कि इस वक्त सरकार की करेगी। अज की मीटिंग है, 4 तरीक की मीटिंग है। असीं किसान आगू तो तुसीं वेख सकदे हो कि इत्थे खड़े ने। तो बड़ी अहम मीटिंग असीं कह सकते हैं इस वक्त, बड़ी अहम है। जो इस वक्त गल कर लगे तो किस तरह तैयारी है, क्योंकि नरेंद्र तोमर का बयान सी कि असीं मना लवांगे किसानां नूं ते 4 तरीक नूं मना लवांगे किसानां नूं। तो किवें किसान आगू किवें देखते हैं इस बैठक नूं, ते खास करके अज दी जो अद्धी जित असीं कह सकते हैं जां अद्धी कह दी तो उस थोड़ी जित दे जिहड़े कि पड़ाव शुरू हो गए, उस तो बाद अगे की है। नरेंद्र तोमर कहते कि 4 तरीक नूं किसानां नूं मना लवांगे। नहीं मनाण तो बड़े लंबे समय तो 6 जून तो ही लगे ने। बुद्धू बनाण प्रधानमंत्री ਨੂੰ ਲੈ ਕੇ ਇਹਨਾਂ ਦੇ ਸੰਤਰੀ ਮੰਤਰੀ ਸਾਨੂੰ ਬਣਾਉਣ ਹੀ ਲੱਗੇ ਨੇ। बुद्धू बनाण लगे ने, बनाण थोड़ा बुद्धू बनाण लगे ने। पर एडे पढ़े लिखे लोग, एडे संगठन मजबूत किसान मोर्चा ਦੇ ਬੰਦੇ ਦੂਰਦੇਸ਼ੀ ਵਾਲੇ ਲੀਡਰ ਨੇ। ਬਣਾਉਣ ਦੀ ਤਾਂ ਗੱਲ ਹੀ ਕੋਈ ਨਹੀਂ, ਬਣਾਉਣ ਤਾਂ ਅਸੀਂ ਜਾ ਰਹੇ ਹਾਂ। ਤੁਸੀਂ ਗਵਰਾਹ ਹੋਏ ਹੋ, ਦੁਨੀਆ ਦੇ ਲੋਕਾਂ ਨੂੰ ਬੁੱਧੂ ਬਣਾ ਰਹੇ ਹੋ, ਦੇਸ਼ ਦੇ ਲੋਕਾਂ ਨੂੰ ਬੁੱਧੂ ਬਣਾ ਰਹੇ ਹੋ। ਇਹ ਕਾਨੂੰਨ ਤਾਂ ਅਸੀਂ ਇੱਕ ਨਕਾਤੀ ਸਮਝ ਕੇ ਆਏ ਹਾਂ, ਇਹਨਾਂ ਨੂੰ ਖਤਮ ਕਰਨਾ ਪਏਗਾ, ਫੂਕਣਾ ਪਏਗਾ। ਔਰ ਐਮਐਸਸੀ ਬਾਰੇ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਾਉਣਾ ਹੀ ਪਏਗਾ, ਹੋਰ ਕੋਈ ਚਾਰਾ ਨਹੀਂ। ਆ 30 ਤਰੀਕ ਨੂੰ ਸਾਨੂੰ ਮੱਤਾ ਦੇ ਰਿਹਾ ਸੀ ਖੇਤੀਬਾੜੀ ਮੰਤਰੀ ਜਾਂ ਪ੍ਰਧਾਨ ਮੰਤਰੀ, ਕਹਿ ਰਿਹਾ ਹੈ ਵੀ ਜਿਹੜਾ ਆਰਡੀਨੈਂਸ ਜਾਂ ਬਿੱਲ ਬਣ ਗਿਆ ਉਹ ਕਾਨੂੰਨ ਬਣ ਗਿਆ। ਮੈਂ ਪੁੱਛਣਾ ਚਾਹਣਾ ਮੈਂ ਕਾਨੂੰਨ ਜਿਹੜਾ ਪਾਰਲੀਮੈਂਟ ਵਿੱਚੋਂ ਬਣਿਆ ਹੋਇਆ ਹੈ ਉਹ ਕੋਈ ਧਾਰਮਿਕ ਗ੍ਰੰਥ ਨਹੀਂ ਜਿਹਦੇ ਨਾਲ ਛੇੜਛਾੜ ਨਹੀਂ ਹੋ ਸਕਦੀ। ਜਦੋਂ ਲੋਕਾਂ ਦੇ ਦੇਸ਼ ਦੇ ਲੋਕ ਨਾ ਚਾਹਣ, ਕਾਲ ਨਾਲ ਬਣਿਆ ਚੋਰੀ ਬਣਾਇਆ ਕਾਨੂੰਨ ਕਿਉਂ ਨਹੀਂ ਖਤਮ ਹੋ ਸਕਦਾ? ਸੰਵਿਧਾਨ ਦੇ ਵਿੱਚ ਬਹੁਤ ਵਾਰੀ ਸੋਧਾਂ ਹੋ ਚੁੱਕੀਆਂ ਨੇ, ਬਹੁਤ ਵਾਰੀ ਕਾਨੂੰਨ ਕਾਲ ਨਾਲ ਸਰਕਾਰਾਂ ਬਣਾਉਂਦੀਆਂ ਰਹੀਆਂ, ਉਹਨੂੰ ਬਦਲਦੀਆਂ ਰਹੀਆਂ। ਸਾਨੂੰ ਸਮਝ ਨਹੀਂ ਆਉਂਦੀ ਕਿਵੇਂ ਸਾਨੂੰ ਬਣਾਉਣ ਲੱਗਾ, ਕਿਵੇਂ ਸਮਝਾਉਣ ਲੱਗਾ। ਆਹ ਸਮਝਾਉਣ ਵਾਲੀ ਗੱਲ ਹੀ ਬਹੁਤ ਖਤਰਨਾਕ ਹੈ। ਇਹ ਅਸੀਂ ਸੁਣਨ ਨੂੰ ਤਿਆਰ ਨਹੀਂ ਵੀ ਮੈਂ ਉਹਨਾਂ ਨੂੰ ਸਮਝਾ ਲਾਂਗਾ ਜਾਂ ਉਹ ਸਮਝ ਜਾਣਗੇ। ਇਹ ਬੇਸਮਝ ਲੋਕ ਫਿਰਦੇ ਨੇ, ਐਡੇ ਐਡੇ ਪੜ੍ਹੇ ਲਿਖੇ ਲੋਕ, ਉਹ ਬੇਸਮਝ ਨਹੀਂ ਹੈਗੇ। ਸਾਰੀ ਪਿਛੋਕੜ ਨੂੰ ਅਸੀਂ ਸਮਝ ਕੇ ਔਰ ਸਾਰੇ ਦੇਸ਼ ਦੇ ਲੋਕਾਂ ਨੂੰ, ਦੁਨੀਆ ਦੇ ਲੋਕਾਂ ਨੂੰ ਸਮਝਾਉਣ ਦੇ ਵਿੱਚ ਅਸੀਂ ਕਾਮਯਾਬ ਹਾਂ। ਲੋਕ ਸਾਡੀ ਪਿੱਠ ਤੇ ਨੇ, ਸਾਰੀ ਸੰਸਾਰ ਸਾਡੀ ਪਿੱਠ ਤੇ ਆ। ਪਿੱਠ ਦੀ ਗੱਲ ਹੋ ਰਹੀ ਹੈ, ਪਰ ਜੇਕਰ ਸਰਕਾਰ ਦੀ ਨੀਅਤ ਦੀ ਗੱਲ ਕਰ ਲਈਏ, ਨੀਅਤ ਤੇ ਕਿੰਨਾ ਕੁ ਯਕੀਨ ਹੈ ਇਸ ਵਕਤ? ਦੋ ਗੱਲਾਂ ਮੰਨ ਲਈਆਂ ਅਸੀਂ ਕਹਿ ਦਈਏ। ਸਰਕਾਰ ਕਹਿੰਦੀ ਆ ਕਿ ਜਲਦੀ ਮਨਾ ਵੀ ਲਵਾਂਗੇ, ਅਗਲੀਆਂ ਗੱਲਾਂ ਜਿਹੜਾ ਹੱਲ ਜਲਦੀ ਹੋ ਜਾਣਗੇ। नहीं वेखो ये सार्थक रहेगी मीटिंग पहला, क्योंकि उन्होंने जिन्ने हथ कंडे वरतने आ, जिन्ना जात पात जिन्ने मसले उन्होंने कर ले आ, वो सरकार फेल हुई आ। हुण ये मीटिंग जी सार्थक रहेगी, अगे वधेगी। ये नहीं भी इहदा कोई सिट्टा निकल आऊगा, पर मीटिंग जरूर सार्थक रहेगी, अगे वधेगी। सरकार बैकफुट ते चल गई, असीं फ्रंट फुट ते चले गए हैं। ਅਸੀਂ ਕਾਮਯਾਬ ਹੋ ਗਏ ਆਪਣਾ ਲੋਕਾਂ ਨੂੰ ਨਾਲ ਲੈਣ ਲਈ। ਮੰਨਦੇ ਹੋ ਕਿ ਸਰਕਾਰ ਜਿਹੜੀ ਕਿ ਤੁਹਾਡੀਆਂ ਮਜਬੂਰ ਹੋ ਚੁੱਕੀ ਹੈ ਹੁਣ ਮੰਨ? ਹਾਂ, ਪੂਰਾ ਸਰਕਾਰ ਜਿਹੜੀ ਆ ਪੂਰੀ ਮਜਬੂਰ ਹੋ ਚੁੱਕੀ ਆ। ਰਾਜਨਾਥ ਵੀ ਇੰਟਰਵੀਨ ਕਰ ਗਏ ਆ, ਪਤਾ ਨਹੀਂ ਆਉਂਦੇ ਕਿ ਨਹੀਂ ਆਉਂਦੇ, ਪਰ ਉਹਨਾਂ ਨੇ ਵੀ ਕਹਿਤਾ ਕਿਉਂਕਿ ਉਹ ਕ੍ਰਿਸ਼ੀ ਮੰਤਰੀ ਰਹਿ ਚੁੱਕੇ ਪਹਿਲਾਂ ਲੰਮਾ ਸਮਾਂ। ਸੋ ਇਸ ਕਰਕੇ ਪੂਰੀ ਸੰਭਾਵਨਾ ਵਾ ਮੀਟਿੰਗ ਜਿਹੜੀ ਆ ਇਹ ਸਾਰਥਕ ਰਹੇਗੀ। दौर और भी चलणगे, पर ये मीटिंग सार्थक रहेगी। सो मीटिंग सार्थक रहेगी। ये एक सकारात्मक दिशा इस मीटिंग तो पहला दी निकलती सामने आउंदी है। हरिंदर लखोवाल ने गलबात करांगे। लखोवाल साहब, की लगदा है मीटिंग की गल कर लईए तां तुहानूं की लगदा की दिशा दे विच जाऊगा इस तो बाद अंदोलन? ਅਸੀਂ ਤਾਂ ਹਮੇਸ਼ਾ ਹੀ ਜਾਂਦੇ ਹਾਂ ਪੋਜ਼ਿਟਿਵ ਮੂਡ 'ਚ, ਬੜੇ ਖੁਸ਼ ਬਹਾਰ ਲੈ ਕੇ ਬਈ ਕੋਈ ਨਾ ਕੋਈ ਸਰਕਾਰ ਮਸਲਾ ਹੱਲ ਕਰੇ। ਪਰ ਸਰਕਾਰ ਕੋਈ ਮਸਲਾ ਹੱਲ ਕਰਨ 'ਚ ਸਾਨੂੰ ਗੰਭੀਰ ਨਹੀਂ ਲੱਗਦੀ। ਐਵੇਂ ਕਹਿੰਦੀ ਆ 2 ਮਸਲੇ ਤੁਹਾਡੇ ਹੱਲ ਕਰਤੇ ਨੇ, ਉਹ ਤਾਂ ਪਹਿਲਾਂ ਹੀ ਹੋਏ ਨੇ। ਮੇਨ ਮਸਲਾ ਤਾਂ ਸਾਡਾ 3 ਜਿਹੜੇ ਕਾਨੂੰਨ ਆ ਰੱਦ ਕਰਾਉਣਾ, ਤੇ ਐਮਐਸਪੀ ਨੂੰ ਜਿਹੜੀ ਗਰੰਟੀ ਉਹਦੇ ਲੈਣੀ, ਲਿਖਤੀ ਗਰੰਟੀ ਨਹੀਂ ਲੈਣੀ, ਉਹਨੂੰ ਵੀ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਲੈ ਕੇ ਆਉਣਾ। ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਕਿੰਨੇ ਕਿਸਾਨ ਸਾਡੇ ਹੋਰ ਸ਼ਹੀਦ ਕਰਾਉਣੇ ਆ, 50 ਕਿਸਾਨ ਸਾਡੇ ਸ਼ਹੀਦ ਕਰਾਤੇ ਨੇ, ਹੋਰ ਕਿੰਨੀਆਂ ਸ਼ਹਾਦਤਾਂ ਤੁਹਾਨੂੰ ਚਾਹੀਦੀਆਂ ਨੇ, ਅਸੀਂ ਦੇਣ ਨੂੰ ਤਿਆਰ ਹਾਂ। ਕਿਉਂ ਸਾਰੇ ਲੋਕਾਂ ਨੂੰ ਲੱਖਾਂ ਲੋਕ ਮਾਰੇ ਆ, ਜਿੰਨੀਆਂ ਸ਼ਹਾਦਤਾਂ ਸਾਡੇ ਤੋਂ ਦਵਾਉਣੀਆਂ ਅਸੀਂ ਦੇਣ ਨੂੰ ਤਿਆਰ ਹਾਂ। ਹੁਣ ਸਾਡੇ ਤੇ ਜਿਹੜੇ ਲਾਠੀ ਚਾਰਜ ਵੀ ਕੀਤਾ ਉਹਦੇ ਦੀ ਵੀ ਅਸੀਂ ਜਿਹੜੀਆਂ 2 ਜਗ੍ਹਾ ਹੋਇਆ ਉਹਦੀ ਵੀ ਅਸੀਂ ਨਿੰਦਾ ਕਰਦੇ ਹਾਂ। ਸੋ ਲਾਠੀ ਚਾਰਜ ਦੀ ਗੱਲ ਕਰ ਰਹੀ ਹੈ, ਲਾਠੀ ਚਾਰਜ ਹੋਇਆ ਕੱਲ ਸ਼ਾਹਜਹਾਂਪੁਰ ਦੀ ਗੱਲ ਕਰ ਲਈਏ, ਉੱਥੇ ਵੀ ਅਥਰੂ ਗੈਸ ਦੇ ਗੋਲੇ ਚੱਲੇ ਨੇ। एक पासे सरकार कहती है गलबात दौर जारी है, किसानों के लाहे लिए है कानून, किसानों नाल गलबात करांगे, हर गल मन्नांगे। दूजे पासे वतीरा बहुत माड़ा वतीरा, कोई ऐसी गल नहीं। लोग वध रहे ने, असीं आ रहे हैं। तो
ਕਿੰਨੇ ਮਰਜ਼ੀ ਇਹ ਬੈਰੀਕੇਡ ਲਾ ਲੈਣ, ਤੋੜ ਕੇ ਲੋਕ ਦਿੱਲੀ ਪਹੁੰਚ ਜਾਣਗੇ। ਤੇ ਅਗਲੇ ਦਿਨਾਂ ਦੇ ਅਸੀਂ ਪ੍ਰੋਗਰਾਮ ਜਿਹੜੇ ਦਿੱਤੇ ਹੋਏ ਆ, 6 ਤਰੀਕ ਨੂੰ ਅਸੀਂ ਟਰੈਕਟਰ ਰੈਲੀ ਵੀ ਕਰਾਂਗੇ, 13 ਨੂੰ ਅਸੀਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜਾਂਗੇ, 18 ਨੂੰ ਅਸੀਂ ਵੂਮਨ ਡੇ ਵੀ ਮਨਾਵਾਂਗੇ ਔਰ 23 ਤਰੀਕ ਨੂੰ ਅਸੀਂ ਰਾਜਪਾਲਾਂ ਵੱਲ ਨੂੰ ਮਾਰਚ ਕਰਾਂਗੇ ਔਰ 26 ਤਰੀਕ ਨੂੰ ਅਸੀਂ ਦਿੱਲੀ ਜਾਵਾਂਗੇ। ਰੋਕ ਕੇ ਦਿਖਾ ਲਵੇ ਸਾਨੂੰ ਕੋਈ ਟਰੈਕਟਰ ਲੈ ਕੇ, ਵੜਾਂਗੇ ਅਸੀਂ ਦਿੱਲੀ ਦੇ ਵਿੱਚ, ਕੋਈ ਸਰਕਾਰ ਜ਼ੋਰ ਲਾ ਲਵੇ ਅਸੀਂ ਵੜਾਂਗੇ ਉੱਥੇ। ਸੋ ਅੱਗੇ ਦਾ ਪਲਾਨ ਬਣਾ ਲਿਆ ਰਜਿੰਦਰ ਜੀ, ਇੱਧਰ ਨੂੰ ਆਏ ਥੋੜਾ ਜਿਹਾ। ਅੱਗੇ ਦਾ ਪਲਾਨ ਬਣ ਚੁੱਕਿਆ, 26 ਤੱਕ ਦਾ ਪਲਾਨ ਬਣ ਚੁੱਕਿਆ। ਫੂਲ ਜੀ ਆਲੂ, ਕੀ ਲੱਗਦਾ ਹੈ ਇਦੋਂ ਬਾਅਦ ਅੱਜ ਕੱਲ ਬਣੂਗੀ ਕਿ ਨਹੀਂ ਬਣੂ? ਦੇਖੋ, ਜਿੱਤ ਸਾਡੀ ਤੈਅ ਆ, ਤਰੀਕ ਉਹਦੀ ਤੈਅ ਹੋਣੀ ਬਾਕੀ ਆ। ਸਰਕਾਰਾਂ ਦੀ ਇੱਕ ਤਾਂ ਉਹਦੀ ਦੂਰਦ੍ਰਿਸ਼ਟੀ, ਇਹ ਸਰਕਾਰ ਕੋਲ ਦੂਰਦ੍ਰਿਸ਼ਟੀ ਕਿ ਇਹਦੇ ਕੋਲ ਦ੍ਰਿਸ਼ਟੀ ਨਹੀਂ ਹੈ। ਜੇ ਦ੍ਰਿਸ਼ਟੀ ਹੋਵੇ ਤੇ ਇਹਨੂੰ ਦਿਖੇ ਕਿ ਕਿਸਾਨ ਜਿਹੜੇ ਉਹ ਲਗਾਤਾਰ ਸ਼ਹੀਦ ਹੋ ਰਹੇ ਆ, ਲੱਖਾਂ ਲੋਕ ਸੜਕਾਂ ਤੇ ਜਿਹੜੇ ਹੈਗੇ ਆ ਉਹ ਨਿੱਤਰ ਚੁੱਕੇ ਆ, ਪਰ ਜੇ ਇਹਨਾਂ ਦੀ ਦ੍ਰਿਸ਼ਟੀ ਨਹੀਂ ਹੈਗੀ, ਇਹਨਾਂ ਨੂੰ ਸਭ ਕੁਝ ਨਜ਼ਰ ਨਹੀਂ ਪੈ ਰਿਹਾਗਾ। ਪਹਿਲਾਂ ਇਸ ਦੇਸ਼ 'ਚ ਨਾਰਾ ਲੱਗਦਾ ਸੀ ਕਿ ਹਮ ਦੋ ਹਮਾਰੇ ਦੋ। ਮੋਦੀ ਸਰਕਾਰ ਉਸ ਨਾਰੇ ਨੂੰ ਫੇਰ ਲਾ ਰਹੀ ਆ। ਹਮ ਦੋ ਮਤਲਬ ਮੋਦੀ ਤੇ ਅਮਿਤ ਸ਼ਾਹ, ਹਮਾਰੇ ਦੋ ਮਤਲਬ ਅਬਾਨੀ ਅਡਾਨੀ। ਇਹ ਇਸ ਨਾਰੇ ਨੂੰ ਨਵੇਂ ਤਰੀਕੇ ਨਾਲ ਲਾ ਰਹੇ ਆ। ਇਸ ਕਰਕੇ ਹਮ ਦੋ ਹਮਾਰੇ ਤੱਕ ਸੀਮਤ ਨੇ। ਇਹਨਾਂ ਨੂੰ ਇਸ ਦੇਸ਼ ਦੇ ਲੱਖਾਂ ਕਿਸਾਨ ਜਿਹੜੇ ਤੇ ਉਹਨਾਂ ਦੇ ਨਾਲ ਕਰੋੜਾਂ ਲੋਕ ਜਿਹੜੇ ਉਹਨਾਂ ਨਾਲ ਹਮਦਰਦੀ 'ਚ ਜੁੜੇ ਹੋਏ ਆ, ਤੇ ਲੱਖਾਂ ਸਾਡੇ ਪ੍ਰਵਾਸੀ ਵੀਰ ਜਿਹੜੇ ਦੁਨੀਆ ਦੇ ਅਲੱਗ-ਅਲੱਗ ਕੋਨਿਆਂ 'ਚ ਬੈਠੇ ਆ, ਜਿਹੜੇ ਲਗਾਤਾਰ ਇਸ ਘੋਲ ਦੀ ਪਿੱਠ 'ਚ ਖੜੇ ਆ, ਉਹ ਦਿਖ ਨਹੀਂ ਰਹੇਗੇ। ਇਸ ਕਰਕੇ ਸਰਕਾਰ ਵਾਸਤੇ ਇਹੀ ਬਿਹਤਰ ਹੋਊਗਾ ਜੇ ਇਹਨਾਂ ਸਿਆਸਤਦਾਨਾਂ ਦਾ ਜਰਾ ਵੀ ਕੋਈ ਮਿਆਰ ਹੋਇਆ ਤਾਂ ਇਹ ਆਪਣਾ ਮਿਆਰ ਬਿਲਕੁਲ ਮਿੱਟੀ 'ਚ ਮਿਲਣ ਤੋਂ ਪਹਿਲਾਂ ਇਸ ਕਾਨੂੰਨਾਂ ਨੂੰ ਰੱਦ ਕਰਨਗੇ ਔਰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਗੇ। ਸਮਝਾਉਣ ਦੀ ਨੀਤੀ। ਫੂਲ ਤੋਂ ਤੁਹਾਡੇ ਤੋਂ ਜਵਾਬ ਲਵਾਂਗੇ। ਉਹਨਾਂ ਦਾ ਕਹਿਣਾ ਸੀ, ਤੋਮਸ ਦਾ ਬਿਆਨ ਆਇਆ ਕਿ ਅਸੀਂ ਮਨਾ ਲਵਾਂਗੇ, 4 ਨੂੰ ਮਨਾ ਲਵਾਂਗੇ। ਕਿਸਾਨਾਂ ਦੀਆਂ ਗੱਲਾਂ ਨੇ ਅਸੀਂ ਮੰਨ ਲਈਆਂ, 2 ਗੱਲਾਂ ਉਹਨਾਂ ਨੇ ਮੰਨ ਲਈਆਂ ਤੇ ਬਾਕੀ ਅਸੀਂ ਆਪਦੀਆਂ ਮਨਾ ਲਵਾਂਗੇ। ਅੱਜ ਮੰਨ ਲਈਏ ਕਿ ਅੱਜ ਸਮਝਾਉਣ ਦੀ ਨੀਤੀ ਹੋਵੇਗੀ, ਤੁਹਾਨੂੰ ਮਨਾਇਆ ਜਾਊਗਾ ਅੱਜ। ਦੇਖੋ ਜੀ, ਜਿਹੜੀਆਂ ਅਸਲ ਲੜਾਈ ਆ ਉਹ 3 ਕਾਨੂੰਨ ਰੱਦ ਕਰਾਉਣ ਤੇ ਹੈ, MSP ਦੀ ਕਾਨੂੰਨੀ ਗਾਰੰਟੀ ਕਰਨ ਤੇ ਹੈ। ਉਹ ਜਿਹੜੀਆਂ ਪਿਛਲੀਆਂ ਨੂੰ ਉਹਨਾਂ ਨੂੰ ਅਸੀਂ ਅੰਸ਼ਕ ਛੋਟੀ ਜਿੱਤ ਕਹਿੰਦੇ ਆ। ਜਿੱਤ ਹੈਗੀ ਹੈ ਪਰ ਉਹ ਅੰਸ਼ਕ ਹੈ। ਅੰਸ਼ਕ ਦਾ ਮਤਲਬ ਬਹੁਤ ਥੋੜਾ ਅੰਸ਼ ਹੈ, 90% ਜਿੱਤ ਹਜੇ ਰਹਿੰਦੀ ਹੈ। ਉਹ ਅੱਜ ਪਿਛਲੀ ਮੀਟਿੰਗ 'ਚ ਉਹਨਾਂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ। ਪਿਛਲੀ ਮੀਟਿੰਗ ਦਾ ਏਜੰਡਾ ਵੀ ਸੀ ਵੀ 3 ਕਾਨੂੰਨਾਂ ਨੂੰ ਰੱਦ ਕਰਨ ਦੀ ਮੋਡੈਲਿਟੀ ਕਹਿ ਲਓ, ਪ੍ਰਕਿਰਿਆ ਕਹਿ ਲਓ, ਸਮਾਂ ਸੀਮਾ ਤੈਅ ਕਰਨੀ ਸੀ। ਉਹਨਾਂ ਨੇ ਸਾਨੂੰ ਸਮਾਪਤੀ ਵੇਲੇ ਕਹੀ ਹੈ ਵੀ ਆਹ ਵੇਖੋ, ਆਰਡੀਨੈਂਸ 2 ਹੈ ਜਿਹੜੇ ਇਹ ਸਾਡੇ ਅਧਿਕਾਰ ਖੇਤਰ 'ਚ ਸੀ, ਅਸੀਂ ਕਰਤੇ, ਓਕੇ ਕਰਤੇ, ਤੁਹਾਡੀ ਮੰਨ ਲਈ। ਪਰ ਗਾਹਾਂ ਜਿਹੜੇ 3 ਕਾਨੂੰਨਾਂ ਨੂੰ ਰਿਪੀਲ ਕਰਨ ਦਾ ਮੋਡੈਲਿਟੀ, ਪ੍ਰਕਿਰਿਆ, ਸਮਾਂ ਸੀਮਾ, ਇਹ ਸਾਡੇ ਉਤਲਿਆਂ ਦੇ ਵੱਸ ਹੈ। ਇਸ ਕਰਕੇ ਨੈਕਸਟ ਮੀਟਿੰਗ ਰੱਖ ਲਓ। ਅਸੀਂ ਕਹਿਤਾ ਵੀ ਠੀਕ ਆ, ਉਤਲਿਆਂ ਨੂੰ ਨਾਲ ਲਾਇਓ, ਭਾਵੇਂ ਅੱਜ ਵਾਲੀ ਮੀਟਿੰਗ ਦੇ ਵਿੱਚ, ਭਾਵੇਂ ਉਹਨਾਂ ਨੂੰ ਰਾਏ ਕਰਕੇ ਆ ਜਾਓ। ਅੱਜ ਫਸਟ ਏਜੰਡਾ ਹੋਊ ਜਿਹੜੇ ਸਾਡੇ 60 ਤੋਂ ਉੱਪਰ ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ, ਵੀ ਉਹਨਾਂ ਨੂੰ ਜਿਵੇਂ ਪਾਰਲੀਮੈਂਟ ਦੇ ਵਿੱਚ ਉਹ ਸਾਰਿਆਂ ਨੂੰ ਮੌਨ ਧਾਰ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਮੀਟਿੰਗ ਸ਼ੁਰੂ ਕੀਤੀ ਜਾਂਦੀ ਹੈ। ਅਸੀਂ ਪਹਿਲਾਂ ਮੰਗ ਕਰਾਂਗੇ ਵੀ ਸਮੇਂ ਮੰਤਰੀ ਖੜੇ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਕਿਸਾਨਾਂ ਨੂੰ, ਜੇ ਸੱਚੀਓ ਕਿਸਾਨਾਂ ਦੇ ਹਿੱਤ ਹੈ, ਗਾਹਾਂ ਮੀਟਿੰਗ ਸ਼ੁਰੂ ਕੀਤੀ ਜਾਵੇ। ਤੇ ਅਗਲਾ ਸਵਾਲ ਸਾਡਾ ਹੋਊਗਾ ਵੀ ਭਾਈ ਦੱਸੋ ਫਿਰ ਤੁਹਾਡੇ ਉਤਲਿਆਂ ਨੇ ਕੀ ਕਿਹਾ। ਸਾਨੂੰ ਇਹ ਵੀ ਪਤਾ ਲੱਗਿਆ ਵੀ ਅੱਜ ਰਾਜਨਾਥ ਸਿੰਘ ਜਿਹੜੇ ਹੈਗੇ ਆ ਉਹ ਵੀ, ਚਲੋ ਹਾਂ, ਕਿਸੇ ਸੂਤਰਾਂ ਤੋਂ ਪਤਾ ਲੱਗਿਆ ਵੀ ਉਹ ਵੀ ਆ ਸਕਦੇ ਆ, ਵੀ ਭਾਵੇਂ ਉਹ ਰਾਜਨਾਥ ਸਿੰਘ ਆ ਕੇ ਮੋਡੈਲਿਟੀ ਤੈਅ ਕਰਦੇ ਤੇ ਭਾਵੇਂ ਤੋਮਰ ਕਰਦੇ। ਯਾਨੀ ਕਿ ਚਾਂਸ ਤੁਹਾਡੇ ਆ, ਅਸੀਂ ਇਹ ਕਹਿ ਸਕਦੇ ਹਾਂ। ਜੇ ਰਾਜਨਾਥ ਸਿੰਘ ਆ ਰਿਹਾ ਸਾਡੇ ਹਿਸਾਬ ਨਾਲ ਕੁਛ ਨਾ ਕੁਛ ਇਹ ਕਾਨੂੰਨਾਂ ਨੂੰ ਦਾ ਜਿਹੜਾ ਕੀ ਹੋਵੇ, ਤਰੀਕਾਕਾਰ, ਇਹਦੀ ਮੋਡੈਲਿਟੀ ਕੀ ਹੋਵੇ, ਸਮਾਂ ਸੀਮਾ ਕੀ ਹੋਵੇ, ਇਹਦੇ ਤੇ ਵੀ ਕੋਈ ਨਾ ਕੋਈ ਗੱਲ ਇਹ ਤੈਅ ਹੋਊਗੀ। ਅੱਜ ਦੋਵਾਂ ਕੋਲੋਂ ਸਵਾਲ ਹੈ ਜੀ, ਸਾਂਝਾ ਬਦਲ ਲੱਭਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ, ਵਿੱਚੋਂ ਕੋਈ ਨਾ ਕੋਈ ਜਿਹਾ ਰਾਹ ਨਿਕਲ ਜੇ ਕਿ ਚਲੋ ਉਹ ਕਹਿੰਦਾ ਵੀ ਦੋਵਾਂ ਧਿਰਾਂ ਦੀ ਰਹਿ ਜੇ, ਠੀਕ ਆ। ਇਹ ਸਰਕਾਰ ਕਿਤੇ ਨਾ ਕਿਤੇ ਚਾਹੁੰਦੀ ਹੋਊਗੀ। ਅਸੀਂ ਮੰਨ ਲਿਆ ਕਿ ਸਾਂਝਾ ਬਦਲ ਸੁਪਰੀਮ ਕੋਰਟ ਤਾਂ ਨਹੀਂ ਹੋ ਸਕਦਾ, ਉਦੋਂ ਬਾਅਦ ਸੁਪਰੀਮ ਕੋਰਟ ਦੇ ਰਾਹ ਜਾਣ ਨੂੰ ਤਿਆਰ ਹੋਏ ਬੈਠੇ ਸੀ। ਜਿੱਥੋਂ ਤੱਕ ਅਸੀਂ ਅਸੈਸ ਕਰਦੇ ਨਾ ਸੁਰਖਾਰ ਵੀਰੋ, ਇਹ ਹੈਗਾ ਕਿ ਸਰਕਾਰ ਮੋਰ ਦੈਨ ਅਮੈਂਡਮੈਂਟ ਲੈਸ ਦੈਨ ਅਪੀਲ, ਰਿਪੀਲ ਇੱਥੇ ਖੜੀ ਹੈਗੀ ਆ। ਉਹ ਕਹਿੰਦੇ ਪਿਛਲੀ ਮੀਟਿੰਗ 'ਚ ਪਿਊਸ਼ ਗੋਇਲ ਨੇ ਕਿਹਾ ਵੀ ਤੁਸੀਂ ਅਮੈਂਡਮੈਂਟ ਵਾਲੀ ਗੱਲ, ਅਸੀਂ ਕਿਹਾ ਵਾਰ-ਵਾਰ ਤੁਸੀਂ ਕਹਿ ਰਹੇ ਹੋ, ਕਹਿੰਦੇ ਛੱਡ ਦਿਓ, ਅੱਗੇ ਤੁਰੋ, ਵੀ ਤੁਸੀਂ ਇਹਦਾ ਅਲਟਰਨੇਟਿਵ ਕੀ ਹੋ ਸਕਦਾ ਸੀਗਾ, ਵੀ ਅਲਟਰਨੇਟਿਵ ਤਾਂ ਇਹਦਾ ਰਿਪੀਲ ਹੈਗਾ, ਠੀਕ ਹੈ। ਜੇ ਤੁਸੀਂ ਸ਼ਬਦਾਂ ਦੀ ਗੱਲ ਹੈਗੀ ਤਾਂ ਉਹ ਸਰਕਾਰ ਦੇਖੇ। ਤੁਸੀਂ ਐਡੇ ਬਿਊਰੋਕਰੇਟ ਰੱਖੇ ਹੋ ਜਿਹਨਾਂ ਨੂੰ ਲੱਖਾਂ ਰੁਪਏ ਤੁਸੀਂ ਤਨਖਾਹ ਦਿੰਦੇ, ਸਾਡਾ ਕੰਮ ਥੋੜਾ। ਅਸੀਂ ਤਾਂ ਤੁਹਾਨੂੰ ਆਪਣੀ ਜਿਹੜੀ ਹੈਗੀ ਆ ਮੰਗ ਰੱਖਤੀ ਆ। ਜਿਹੜੀ ਸਾਨੂੰ ਗੱਲ ਲੱਗ ਰਹੀ ਕਿ 2 ਤਰੀਕੇ ਦੀ ਪ੍ਰਪੋਜ਼ਲ ਉਹ ਲਿਆਉਣਾ ਚਾਹੁੰਦੇ ਆ। ਇੱਕ ਤਾਂ ਵੀ ਇਹ ਕਾਨੂੰਨਾਂ ਨੂੰ ਲਾਗੂ ਕਰਨ ਬਾਰੇ ਅਸੀਂ ਸੂਬਿਆਂ ਨੂੰ ਅਧਿਕਾਰ ਦੇ ਦਿੰਦੇ ਆ, ਵੀ ਜਿਹੜਾ ਸੂਬਾ ਲਾਗੂ ਕਰਨਾ ਚਾਹੁੰਦਾ ਲਾਗੂ ਕਰ ਲੇ, ਬਾਕੀ ਰਹਿਣ ਦੇਣ। ਦੂਜਾ ਅਸੀਂ ਲਾਜ਼ ਨੂੰ ਸਸਪੈਂਡ ਕਰ ਦਿੰਦੇ ਆ, ਪਰ ਸਾਨੂੰ ਇਹ ਦੋਨੋਂ ਗੱਲਾਂ ਮਨਜ਼ੂਰ ਨਹੀਂ। ਹਾਂ, ਸਸਪੈਂਡ ਦਾ ਦੇਖੋ ਇਹ ਹੈ ਨਾ, ਸਸਪੈਂਡ ਦਾ ਸੁਪਰੀਮ ਕੋਰਟ 'ਚ ਗੱਲ ਜਾਂਦੀ ਹੈ ਤਾਂ ਮਾਮਲਾ ਲੰਬਾ ਜਾਂਦਾ ਹੈ, ਪਰ ਜੇਕਰ ਸੂਬੇ ਕੋਲ ਅਧਿਕਾਰ ਹੈ ਫਸਲ ਖਰੀਦਣ ਦੀ ਗੱਲ, ਤਾਂ ਸਵਾਲ ਤਾਂ ਉੱਥੇ ਵੀ ਹੈ ਨਾ, ਫਸਲ ਖਰੀਦੂ ਕੌਣ? ਦੇਖੋ, ਸੁਪਰੀਮ ਕੋਰਟ ਨੂੰ ਇਹ ਚਾਹੀਦਾ ਕਿ ਜਿਹੜੀ ਸਾਡੇ ਖਿਲਾਫ ਪਟੀਸ਼ਨ ਪਈਆਂ ਹੋਈਆਂ ਨੇ ਕਿ ਉਹਨਾਂ ਨੂੰ ਡਿਸਚਾਰਜ ਕਰ ਦੇ। ਉਹਦੇ 'ਚ ਕੁਝ ਨਹੀਂ ਹੈਗਾ। ਕਿਸੇ ਨੇ ਵੀ ਇਹ ਨਹੀਂ ਕਿਹਾਗਾ ਕਿ ਮੀਡੀਏਟਰ ਪਾਇਆ ਜਾਵੇ। ਸੁਪਰੀਮ ਕੋਰਟ ਨੇ ਪਿਛਲੀ ਮੀਟਿੰਗ ਜਿਹੜੀ ਸੁਣਵਾਈ 'ਚ ਮੀਡੀਏਟਰ ਦੀ ਗੱਲ ਕੀਤੀ, ਨਾ ਤਾਂ ਮੀਡੀਏਟਰ ਸਾਨੂੰ ਸਰਕਾਰ ਦਾ ਕੋਈ ਮਨਜ਼ੂਰ ਹੈਗਾ। ਅਸੀਂ ਸੁਪਰੀਮ ਕੋਰਟ ਨੂੰ ਇਹੀ
ਇਹੀ ਬੇਨਤੀ ਕਰਾਂਗੇ ਕਿ ਉਹ ਇਹਨਾਂ ਕਾਨੂੰਨਾਂ ਦੀ ਜਿਹੜੀ ਸੰਵਿਧਾਨਕਤਾ ਉਹਦੇ ਤੇ ਉਹ ਗੱਲ ਕਰਨ ਔਰ ਇਹਨਾਂ ਨੂੰ ਕਾਨੂੰਨਾਂ ਨੂੰ ਜਿਹੜਾ ਹੈਗਾ ਰੱਦ ਕਰਨ। ਇਹ ਧਰਨਾ ਚੱਲਦਾ ਪਿਆ ਸੁਪਰੀਮ ਕੋਰਟ ਨਾਲ ਸਾਡਾ ਕੋਈ ਮਸਲਾ ਨਹੀਂ, ਸਾਡਾ ਮਸਲਾ ਸਰਕਾਰ ਨਾਲ ਹੈ। ਸੁਪਰੀਮ ਕੋਰਟ ਨੂੰ ਦਖਲਅੰਦਾਜ਼ੀ ਕਰਨੀ ਹੋਈ ਨਹੀਂ ਚਾਹੀਦੀ। ਸੋ ਸੁਪਰੀਮ ਕੋਰਟ ਨੂੰ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਪਰ ਮੇਰਾ ਆਖਰੀ ਸਵਾਲ ਹੈ ਜਾਂਦੇ ਜਾਂਦੇ, ਫੂਲ ਸਾਹਿਬ ਕਿਵੇਂ ਦੇਖਦੇ ਹੋ ਕਿ ਦਿਸ਼ਾ ਤੈਅ ਹੋਊਗੀ ਇਸ ਤੋਂ ਬਾਅਦ? ਇਸ ਜੇ ਮੀਟਿੰਗ 'ਚੋਂ ਚੰਗੇ ਸੰਕੇਤ ਨਿਕਲਦੇ ਨੇ, ਮੈਨੂੰ ਲੱਗਦਾ ਵੀ ਉਸ ਤੋਂ ਬਾਅਦ 26 ਜਨਵਰੀ ਵਾਲੇ ਸ਼ਾਇਦ ਪ੍ਰੋਗਰਾਮ ਤੱਕ ਦਿਸ਼ਾ ਮਸਲਾ ਨਾ ਜਾਵੇ, ਪਰ ਜੇਕਰ ਨਹੀਂ ਹੁੰਦਾ ਫਿਰ ਕਿਸ ਤਰੀਕੇ ਦਿਸ਼ਾ ਤੈਅ ਹੁੰਦੀ ਹੈ? ਦੇਖੋ ਜੀ, ਜੇ ਅੱਜ ਉਹਨਾਂ ਨੇ ਮੋਡੈਲਿਟੀ ਪ੍ਰਕਿਰਿਆ ਤਿੰਨੇ ਕਾਨੂੰਨਾਂ ਨੂੰ ਰੱਦ ਕਰਨ ਦੀ ਨਹੀਂ ਉਹ ਸਮਾਂ ਬਾਉਂਡ ਕਰਕੇ ਤੈਅ ਨਹੀਂ ਕਰਦੇ, ਫਿਰ ਸਾਡੇ ਸਾਹਮਣੇ ਮੋਰਚੇ ਨੂੰ ਐਡਵਾਂਸ ਕਰਨ ਦਾ, ਹੋਰ ਅੱਗੇ ਵਧਾਉਣ ਦਾ ਇਹ ਤੋਂ ਬਿਨਾਂ ਕੋਈ ਚਾਰਾ ਨਹੀਂ। ਉਹ ਅਸੀਂ ਕਾਲ ਦਿੱਤੀ ਹੋਈ ਹੈ, 26 ਜਨਵਰੀ ਦੀ ਵੀ ਕਾਲ ਹੈ, 18 ਜਨਵਰੀ ਦੀ ਮਹਿਲਾ ਕਿਸਾਨ ਟਰੈਕਟਰ ਮਾਰਚ ਹੋਣਗੇ, 23 ਜਨਵਰੀ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਟਰੈਕਟਰ ਮਾਰਚ ਹੋਣਗੇ। 23 ਵਾਲਿਆਂ ਨੂੰ ਕਹਿ ਦਿਆਂਗੇ ਅਸੀਂ, ਜੇ ਅੱਜ ਨਾ ਹੋਇਆ ਵੀ ਭਾਈ ਫਿਰ 23 ਤੋਂ ਬਾਅਦ ਇੱਕ ਦਿਨ ਦਾ 24 ਦਾ ਰੈਸਟ ਕਰਕੇ 25 ਨੂੰ ਦਿੱਲੀ ਨੂੰ ਤੋਰ ਦਿਓ, ਜਿਹੜੇ ਸਾਰੇ ਜ਼ਿਲ੍ਹਾ ਹੈੱਡਕੁਆਟਰ ਤੇ ਹੋਣਗੇ। ਤੇ ਫਿਰ ਜਿਹੜਾ 26 ਹੈ ਉਹ ਸਮਝ ਲਓ ਵੀ ਉਹ ਇੱਕ ਨਿਰਣਾਇਕ, ਇੱਕ ਇਤਿਹਾਸਕ ਦਿਨ ਹੋਊਗਾ ਬਈ ਕਿਸਾਨਾਂ ਲਈ ਵੀ ਤੇ ਸਰਕਾਰ ਲਈ ਵੀ। ਸੋ ਇਤਿਹਾਸਕ ਦਿਨ 26 ਜਨਵਰੀ, ਪਰ ਦੇਖਣਾ ਇਹ ਹੈ ਕਿ ਅੱਜ ਦੀ ਕੀ ਰਣਨੀਤੀ ਹੈ ਸਰਕਾਰ ਕਿਸ ਤਰੀਕੇ ਦੇ ਨਾਲ, ਕਿਉਂਕਿ ਸਰਕਾਰ ਦਾ ਬਿਆਨ ਸੀ ਕਿ ਅਸੀਂ ਕਿਸਾਨਾਂ ਨੂੰ ਮਨਾ ਲਵਾਂਗੇ, ਪਰ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਮਨਾਇਆ ਜਾਵੇਗਾ, ਕੀ ਹੱਥਕੰਡੇ ਨਵੇਂ ਸਰਕਾਰ ਵੱਲੋਂ ਅਪਣਾਏ ਜਾਣਗੇ, ਦੇਖਣ ਵਾਲੀ ਗੱਲ ਹੈ। ਸੋ ਪਲ ਪਲ ਦੀ ਖਬਰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਜੁੜੇ ਰਹੋ ਸਪੋਕਸਮੈਨ ਟੀਵੀ ਦੇ ਨਾਲ। ਮੈਂ ਸੁਰਖਾਬ ਆਪਣੇ ਸਹਿਯੋਗੀ ਜੱਸੀ ਦੇ ਨਾਲ। ਰੋਜ਼ਾਨਾ ਸਪੋਕਸਮੈਨ ਸਿੰਘੂ ਬਾਰਡਰ, ਦਿੱਲੀ।